ਸਵਾਗਤ ਹੈ ਜੀ ਇੱਕ ਹੋਰ ਕਹਾਣੀ ਵਿੱਚ। ਮੇਰਾ ਨਾਮ ਤਾਨੀਆ ਹੈ। ਸਾਡੇ ਘਰ ਬਹੁਤ ਮਾੜੇ ਕੰਮ ਹੋ ਰਹੇ ਸਨ, ਜਿਸ ਬਾਰੇ ਸੋਚ ਵੀ ਨਹੀਂ ਸਕਦੇ ਸੀ। ਇਹ ਸਭ ਮੇਰੇ ਪਿਤਾ ਜੀ ਦੀ ਮੌਤ ਤੋਂ ਬਾਅਦ ਸ਼ੁਰੂ ਹੋਇਆ ਸੀ, ਪਰ ਮੈਨੂੰ ਇਸ ਗੱਲ ਦਾ ਅਹਿਸਾਸ ਨਹੀਂ ਸੀ ਕਿ ਜਦੋਂ ਅਸੀਂ ਛੋਟੇ ਸੀ ਤੇ ਪਿਤਾ ਜੀ ਜਿਉਂਦੇ ਸਨ ਤਾਂ ਅਸੀਂ ਬਹੁਤ ਅਮੀਰ ਸੀ। ਉਹਨਾਂ ਦੀ ਮੌਤ ਤੋਂ ਬਾਅਦ ਅਚਾਨਕ ਕੀ ਹੋਇਆ ਕਿ ਸਾਡੇ ਘਰ ਦਾ ਖਾਣਾ ਵੀ ਖਤਮ ਹੋਣ ਲੱਗ ਪਿਆ। ਮੈਂ ਬਹੁਤ ਛੋਟੀ ਸੀ, ਇਸ ਲਈ ਮੈਨੂੰ ਬਹੁਤਾ ਕੁਝ ਯਾਦ ਨਹੀਂ ਹੈ। ਅਸੀਂ ਦੋ ਭੈਣਾਂ ਹਾਂ, ਮੈਂ ਵੱਡੀ ਹਾਂ ਤੇ ਥੋੜ੍ਹੀ ਪੱਕੇ ਰੰਗ ਦੀ ਹਾਂ, ਪਰ ਮੇਰੀ ਛੋਟੀ ਭੈਣ ਬਹੁਤ ਹੀ ਗੋਰੀ ਸੋਹਣੀ ਤੇ ਸੁਰੀਲੀ ਹੈ। ਬਚਪਨ ਦੀਆਂ ਕੁਝ ਗੱਲਾਂ ਮੈਨੂੰ ਅੱਜ ਵੀ ਯਾਦ ਹਨ। ਜਦੋਂ ਵੀ ਮੇਰੇ ਪਿਤਾ ਜੀ ਘਰ ਆਉਂਦੇ ਤਾਂ ਉਹ ਮੇਰੇ ਲਈ ਬਹੁਤ ਸਾਰੀਆਂ ਚੀਜ਼ਾਂ ਲੈ ਕੇ ਆਉਂਦੇ ਸਨ, ਪਰ ਉਦੋਂ ਮੇਰੀ ਛੋਟੀ ਭੈਣ ਦਾ ਜਨਮ ਨਹੀਂ ਹੋਇਆ ਸੀ। ਮੇਰੇ ਪਿਤਾ ਜੀ ਦੀ ਉਸ ਦੇ ਜਨਮ ਤੋਂ ਥੋੜ੍ਹੇ ਸਮੇਂ ਬਾਅਦ ਹੀ ਮੌਤ ਹੋ ਗਈ ਤੇ ਸਭ ਕੁਝ ਖਤਮ ਹੋ ਗਿਆ ਸੀ। ਹੁਣ ਅਸੀਂ ਦੋਵੇਂ ਭੈਣਾਂ ਵੱਡੀਆਂ ਹੋ ਗਈਆਂ ਸੀ। ਅਸੀਂ ਘਰ ਵੇਚ ਦਿੱਤਾ ਤੇ ਕਿਤੇ ਹੋਰ ਕਿਰਾਏ ਦੇ ਮਕਾਨ ਵਿੱਚ ਰਹਿਣ ਲੱਗ ਪਏ ਤੇ ਇੱਥੇ ਆਉਣ ਤੋਂ ਬਾਅਦ ਸਾਡੇ ਘਰ ਉਹ ਸਭ ਹੋਣ ਲੱਗ ਪਿਆ ਜਿਸ ਬਾਰੇ ਚੰਗੇ ਘਰਾਣਿਆਂ ਦੇ ਲੋਕ ਸੋਚ ਵੀ ਨਹੀਂ ਸਕਦੇ। ਅਸੀਂ ਵੀ ਬਹੁਤ ਚੰਗੇ ਪਰਿਵਾਰ ਨਾਲ ਸੰਬੰਧ ਰੱਖਦੇ ਸੀ, ਪਰ ਪਤਾ ਨਹੀਂ ਅਚਾਨਕ ਕੀ ਹੋ ਗਿਆ। ਜਦੋਂ ਅਸੀਂ ਨਵੇਂ ਘਰ ਵਿੱਚ ਰਹਿਣ ਲਈ ਆਏ ਤਾਂ ਮੇਰੀ ਮਾਂ ਆਂਢ ਗੁਆਂਢ ਨਾਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਹੌਲੀ-ਹੌਲੀ ਇੱਕ ਦੂਜੇ ਦੇ ਘਰ ਆਉਣਾ ਜਾਣਾ ਵੱਧਦਾ ਗਿਆ। ਆਂਢ ਗੁਆਂਢ ਦੇ ਲੋਕ ਚੰਗੇ ਸਨ, ਇਸੇ ਲਈ ਅਸੀਂ ਸਮੇਂ-ਸਮੇਂ 'ਤੇ ਖਾਣੇ ਦਾ ਲੈਣ ਦੇਣ ਕਰਦੇ ਰਹਿੰਦੇ ਸੀ। ਇੱਕ ਦਿਨ ਮੇਰੀ ਮਾਂ ਨੇ ਘਰ ਵਿੱਚ ਛੋਲੇ ਪੂੜੀਆਂ ਬਣਾਈਆਂ। ਸਾਡੇ ਘਰ ਕਾਫੀ ਸਮੇਂ ਬਾਅਦ ਚੰਗਾ ਖਾਣਾ ਬਣਿਆ ਸੀ। ਮਾਂ ਨੇ ਸਾਰਾ ਖਾਣਾ ਥਾਲੀ ਵਿੱਚ ਰੱਖਿਆ ਤੇ ਸਾਹਮਣੇ ਵਾਲੇ ਘਰ ਵਿੱਚ ਦੇਣ ਜਾ ਰਹੀ ਸੀ। ਫਿਰ ਮੈਂ ਸਾਡੇ ਲਈ ਕੁਝ ਛੱਡਣ ਲਈ ਕਿਹਾ ਕਿ ਕਾਫੀ ਦੇਰ ਬਾਅਦ ਅਸੀਂ ਵਧੀਆ ਖਾਣਾ ਬਣਾਇਆ ਹੈ, ਜੇ ਤੁਸੀਂ ਸਭ ਕੁਝ ਦੇ ਦਿੱਤਾ ਤਾਂ ਅਸੀਂ ਕੀ ਖਾਵਾਂਗੇ। ਮੇਰੀ ਮਾਂ ਨੇ ਮੈਨੂੰ ਦੱਸਿਆ ਕਿ ਆਂਢ ਗੁਆਂਢ ਵਿੱਚ ਰਿਸ਼ਤੇ ਬਣਾਉਣ ਲਈ ਇਹ ਜ਼ਰੂਰੀ ਹੈ। ਇਸ ਤਰ੍ਹਾਂ ਜਦੋਂ ਮੇਰੀ ਮਾਂ ਆਂਢ ਗੁਆਂਢ ਵਿੱਚ ਜਾਂਦੀ ਸੀ ਤਾਂ ਮੇਰੀ ਛੋਟੀ ਭੈਣ ਨੂੰ ਵੀ ਆਪਣੇ ਨਾਲ ਲੈ ਕੇ ਜਾਂਦੀ ਸੀ। ਮੈਂ ਵੀ ਕਿਹਾ ਕਿ ਮੈਂ ਤੁਹਾਡੇ ਨਾਲ ਜਾਣਾ ਚਾਹੁੰਦੀ ਹਾਂ, ਪਰ ਉਹਨਾਂ ਮੈਨੂੰ ਸਾਫ਼ ਇਨਕਾਰ ਕਰ ਦਿੱਤਾ। ਪਿਤਾ ਦੀ ਮੌਤ ਤੋਂ ਬਾਅਦ ਮੇਰੀ ਛੋਟੀ ਭੈਣ ਨੇ ਵੀ ਬੋਲਣਾ ਬੰਦ ਕਰ ਦਿੱਤਾ। ਉਸਨੇ ਮੈਨੂੰ ਕਦੇ ਕੁਝ ਨਹੀਂ ਦੱਸਿਆ, ਪਰ ਕੁਝ ਸਮੇਂ ਬਾਅਦ ਅਜਿਹਾ ਹੋਣ ਲੱਗਾ ਜਿਸ ਦੇ ਖਿਲਾਫ ਮੈਂ ਬਹੁਤ ਬੋਲਿਆ, ਪਰ ਕਿਸੇ ਨੇ ਮੇਰੀ ਗੱਲ ਨਹੀਂ ਮੰਨੀ। ਸਾਹਮਣੇ ਵਾਲੇ ਘਰ ਵਿੱਚ ਇੱਕ ਮੁੰਡਾ ਰਹਿੰਦਾ ਸੀ। ਉਹ ਕੋਈ ਕੰਮ ਨਹੀਂ ਕਰਦਾ ਸੀ, ਸਾਰਾ ਦਿਨ ਵਿਹਲਾ ਆਪਣੇ ਦੋਸਤਾਂ ਨਾਲ ਘੁੰਮਦਾ ਰਹਿੰਦਾ ਸੀ। ਇੱਕ ਦਿਨ ਮੇਰੀ ਮਾਂ ਨੇ ਉਸਨੂੰ ਘਰ ਬੁਲਾਇਆ ਤੇ ਉਸਨੂੰ ਛੋਟੀ ਭੈਣ ਦੇ ਕਮਰੇ ਵਿੱਚ ਭੇਜ ਦਿੱਤਾ। ਮੈਂ ਸੋਚਿਆ ਕਿ ਮੇਰੀ ਭੈਣ ਘਰ ਨਹੀਂ ਹੋਵੇਗੀ, ਇਸ ਲਈ ਮੇਰੀ ਮਾਂ ਨੇ ਉਸਨੂੰ ਉੱਥੇ ਭੇਜਿਆ ਹੈ ਤੇ ਉਸ ਲਈ ਚਾਹ ਬਣਾ ਰਹੀ ਹੈ। ਮੈਂ ਮਾਂ ਨੂੰ ਪੁੱਛਿਆ, ਮਾਂ ਛੋਟੀ ਕਿੱਥੇ ਹੈ? ਉਸ ਸਮੇਂ ਉਹ ਘਰ ਵਿੱਚ ਹੀ ਸੀ ਤੇ ਉਹ ਬਾਹਰ ਨਹੀਂ ਆਉਂਦੀ। ਮਾਂ ਨੇ ਕਿਹਾ ਕਿ ਉਹ ਆਪਣੇ ਕਮਰੇ ਵਿੱਚ ਹੈ। ਮੈਂ ਮਾਂ ਨੂੰ ਪੁੱਛਿਆ ਕਿ ਉਸਨੇ ਮੁੰਡੇ ਨੂੰ ਉਸ ਦੇ ਕਮਰੇ ਵਿੱਚ ਕਿਉਂ ਭੇਜਿਆ ਹੈ। ਉਹ ਦੋਵੇਂ ਦਰਵਾਜ਼ਾ ਬੰਦ ਕਰਕੇ ਅੰਦਰ ਕੀ ਕਰ ਰਹੇ ਹਨ? ਮੇਰੀ ਮਾਂ ਨੇ ਮੈਨੂੰ ਕਿਹਾ ਕਿ ਉਹ ਗੱਲਾਂ ਕਰ ਰਹੇ ਹੋਣਗੇ, ਇਸ ਲਈ ਮੈਂ ਉਹਨਾਂ ਨੂੰ ਪਰੇਸ਼ਾਨ ਨਾ ਕਰਾਂ। ਮੈਂ ਆਪਣੀ ਮਾਂ ਨੂੰ ਕਿਹਾ, ਉਹ ਮੁੰਡਾ ਬੇਕਾਰ ਹੈ, ਉਸਨੂੰ ਸਾਡੇ ਘਰ ਕਿਉਂ ਬੁਲਾਇਆ ਗਿਆ ਹੈ ਤੇ ਉਹ ਵੀ ਮੇਰੀ ਭੈਣ ਦੇ ਕਮਰੇ ਵਿੱਚ। ਮੈਂ ਇਹ ਸਭ ਬਰਦਾਸ਼ਤ ਨਹੀਂ ਕਰ ਸਕਦੀ। ਮੈਂ ਆਪਣੀ ਭੈਣ ਦੇ ਕਮਰੇ ਕੋਲ ਗਈ ਤੇ ਦਰਵਾਜ਼ਾ ਖੜਕਾਉਣ ਲੱਗੀ। ਕਮਰਾ ਅੰਦਰੋਂ ਬੰਦ ਸੀ। ਮੇਰੀ ਮਾਂ ਨੇ ਮੈਨੂੰ ਪਿੱਛੇ ਖਿੱਚ ਲਿਆ ਤੇ ਕਿਹਾ, ਤੂੰ ਇਹ ਸਭ ਕੀ ਕਰ ਰਹੀ ਹੈ? ਉਸਨੇ ਉਹਨਾਂ ਨੂੰ ਗੱਲ ਕਰਨ ਦਿੱਤੀ। ਮੈਂ ਆਪਣੀ ਮਾਂ ਨੂੰ ਪੁੱਛਿਆ, ਕੀ ਗੱਲ ਹੈ? ਬੰਦ ਦਰਵਾਜ਼ੇ ਦੇ ਪਿੱਛੇ ਕੀ ਹੁੰਦਾ ਹੈ? ਉਹ ਦਰਵਾਜ਼ਾ ਖੁੱਲ੍ਹਾ ਰੱਖ ਕੇ ਵੀ ਗੱਲ ਕਰ ਸਕਦੇ ਹਨ। ਕੀ ਕਿਸੇ ਨੇ ਤੁਹਾਨੂੰ ਕੁਝ ਨਹੀਂ ਸਿਖਾਇਆ? ਤੁਸੀਂ ਇਹ ਕਿਵੇਂ ਕਰ ਸਕਦੇ ਹੋ? ਕੁਝ ਮਿੰਟਾਂ ਬਾਅਦ ਦਰਵਾਜ਼ਾ ਖੁੱਲ੍ਹਿਆ ਤੇ ਮੁੰਡਾ ਕਮਰਾ ਵਿੱਚੋਂ ਬਾਹਰ ਆਇਆ ਤੇ ਘਰੋਂ ਚਲਾ ਗਿਆ, ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਮੈਂ ਤੁਰੰਤ ਆਪਣੀ ਭੈਣ ਦੇ ਕਮਰੇ ਵਿੱਚ ਗਈ ਤਾਂ ਵੇਖਿਆ ਕਿ ਮੇਰੀ ਭੈਣ ਕਮਰੇ ਵਿੱਚ ਨਹੀਂ ਸੀ, ਉਹ ਬਾਥਰੂਮ ਵਿੱਚ ਨਹਾ ਰਹੀ ਸੀ। ਮੈਨੂੰ ਉਸ ਮੁੰਡੇ 'ਤੇ ਬਹੁਤ ਗੁੱਸਾ ਆਇਆ। ਉਹ ਸਾਡੇ ਘਰ ਆਇਆ ਤੇ ਮੇਰੀ ਭੈਣ ਨਾਲ ਕਮਰੇ ਵਿੱਚ ਸਮਾਂ ਬਿਤਾ ਕੇ ਚਲਾ ਗਿਆ। ਇਹ ਮੇਰੀ ਮਾਂ ਸੀ ਜਿਸ ਨੇ ਉਸ ਨੂੰ ਬੁਲਾਇਆ ਸੀ ਤੇ ਮੇਰੀ ਭੈਣ ਵੀ ਕੁਝ ਨਹੀਂ ਬੋਲੀ। ਉਹ ਚੁੱਪਚਾਪ ਸਾਥ ਦੇ ਰਹੀ ਸੀ, ਪਰ ਮੈਂ ਇਹ ਸਭ ਨਹੀਂ ਵੇਖ ਸਕਦੀ। ਇਸ ਲਈ ਮੈਂ ਮਾਂ ਨੂੰ ਕਿਹਾ ਕਿ ਮੈਂ ਉਸਦੇ ਘਰ ਜਾਵਾਂਗੀ ਤੇ ਉਸਦੇ ਮਾਤਾ-ਪਿਤਾ ਨੂੰ ਸਭ ਕੁਝ ਦੱਸਾਂਗੀ, ਭਲਾ ਕਿੰਨਾ ਮਰਜ਼ੀ ਝਗੜਾ ਹੋ ਜਾਵੇ। ਇਹ ਸੁਣ ਕੇ ਮੇਰੀ ਮਾਂ ਨੇ ਮੈਨੂੰ 2 ਥੱਪੜ ਮਾਰੇ।
ਇਸ ਤੋਂ ਪਹਿਲਾਂ ਮੇਰੀ ਮਾਂ ਨੇ ਕਦੇ ਮੇਰੇ 'ਤੇ ਹੱਥ ਨਹੀਂ ਉਠਾਇਆ ਸੀ। ਮੇਰੀ ਮਾਂ ਨੇ ਮੈਨੂੰ ਕਿਹਾ, ਇਹ ਤੁਹਾਡੀ ਭੈਣ ਦੀ ਜ਼ਿੰਦਗੀ ਦਾ ਸਵਾਲ ਹੈ, ਤੁਹਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਹੈ। ਮੈਂ ਮਾਂ ਨੂੰ ਪੁੱਛਿਆ, ਮੇਰੀ ਭੈਣ ਦੀ ਜ਼ਿੰਦਗੀ ਦਾ ਸਵਾਲ ਕੀ ਮਤਲਬ ਹੈ? ਮੇਰੀ ਮਾਂ ਨੇ ਕਿਹਾ, ਇਹ ਸਭ ਇਸੇ ਤਰ੍ਹਾਂ ਚੱਲਣ ਦਿਓ, ਨਹੀਂ ਤਾਂ ਤੇਰੀ ਭੈਣ ਮਰ ਜਾਵੇਗੀ। ਮੈਨੂੰ ਕੁਝ ਸਮਝ ਨਹੀਂ ਆਇਆ, ਮਾਂ ਕੀ ਕਹਿ ਰਹੀ ਸੀ। ਮੇਰਾ ਸਿਰ ਚਕਰਾ ਗਿਆ। ਮੈਂ ਆਪਣੀ ਮਾਂ ਨੂੰ ਕਿਹਾ ਕਿ ਤੁਸੀਂ ਇਹ ਸਭ ਗਲਤ ਕਰ ਰਹੇ ਹੋ। ਇਸ ਦਾ ਨਤੀਜਾ ਵੀ ਬਹੁਤ ਬੁਰਾ ਹੋਵੇਗਾ ਤੇ ਤੁਹਾਨੂੰ ਕੋਈ ਬਚਾਉਣ ਵਾਲਾ ਵੀ ਨਹੀਂ ਹੋਵੇਗਾ। ਇੱਕ ਤਾਂ ਇਹ ਕਿ ਸਾਡੇ ਘਰ ਵਿੱਚ ਪਹਿਲਾਂ ਹੀ ਕੋਈ ਮਰਦ ਨਹੀਂ ਹੈ ਤੇ ਇਸ ਦਾ ਮਤਲਬ ਇਹ ਬਿਲਕੁਲ ਨਹੀਂ ਹੈ ਕਿ ਤੁਸੀਂ ਸਾਡੀ ਜ਼ਿੰਦਗੀ ਦੇ ਨਾਲ ਅਜਿਹਾ ਵਿਵਹਾਰ ਕਰੋ ਜਿਸ ਨੂੰ ਤੁਸੀਂ ਸਹੀ ਸਮਝਦੇ ਹੋ। ਮੇਰੀ ਮਾਂ ਨੇ ਕਿਹਾ, ਤੁਹਾਡੇ ਪਿਤਾ ਸਾਨੂੰ ਇਸ ਹਾਲਤ ਵਿੱਚ ਛੱਡ ਕੇ ਚਲੇ ਗਏ। ਫਿਲਹਾਲ ਤਾਂ ਸਾਡੇ ਘਰ ਵਿੱਚ ਖਾਣਾ ਹੈ ਤੇ ਉੱਤੋਂ ਤੇਰੀ ਭੈਣ ਵੀ ਬਿਮਾਰ ਹੈ, ਪਰ ਤੈਨੂੰ ਆਪਣੀ ਪਰਵਾਹ ਹੈ। ਇਹ ਲੋਕ ਅਮੀਰ ਹਨ ਤੇ ਸਾਡੀ ਮਦਦ ਕਰ ਸਕਦੇ ਹਨ। ਮੈਂ ਆਪਣੀ ਮਾਂ ਨੂੰ ਕਿਹਾ, ਇਹ ਕਿਹੜੀ ਬਿਮਾਰੀ ਹੈ, ਮੈਨੂੰ ਦੱਸੋ। ਮੈਂ ਹਰ ਹਾਲ ਵਿੱਚ ਆਪਣੀ ਭੈਣ ਦਾ ਇਲਾਜ ਕਰਵਾਵਾਂਗੀ ਤੇ ਅੱਜ ਕੱਲ੍ਹ ਤਾਂ ਵੱਡੇ ਹਸਪਤਾਲਾਂ ਵਿੱਚ ਮੁਫਤ ਇਲਾਜ ਵੀ ਹੁੰਦਾ ਹੈ ਤੇ ਜੇਕਰ ਮੁਫਤ ਵਿੱਚ ਨਹੀਂ ਤਾਂ ਕਿਸੇ ਤੋਂ ਪੈਸੇ ਉਧਾਰ ਲੈ ਲਵਾਂਗੀ ਤੇ ਮੈਂ ਕਰਜ਼ਾ ਦੇਣ ਲਈ ਨੌਕਰੀ ਵੀ ਕਰਾਂਗੀ। ਪਰ ਤੁਸੀਂ ਮੈਨੂੰ ਇੱਕ ਵਾਰ ਦੱਸੋ, ਮੇਰੀ ਭੈਣ ਨੂੰ ਕੀ ਹੋਇਆ ਹੈ? ਪਰ ਮੇਰੀ ਮਾਂ ਨੇ ਮੈਨੂੰ ਕਿਹਾ, ਤੁਹਾਨੂੰ ਦੱਸਣ ਦੀ ਲੋੜ ਨਹੀਂ ਹੈ, ਤੁਸੀਂ ਆਪਣਾ ਕੰਮ ਜਾਰੀ ਰੱਖੋ ਤੇ ਮੈਂ ਤੁਹਾਡੀ ਭੈਣ ਦਾ ਖਿਆਲ ਰੱਖ ਲਵਾਂਗੀ। ਤੁਹਾਡੀ ਉਮਰ ਵੀ ਵਿਆਹ ਦੇ ਲਾਇਕ ਹੋ ਗਈ ਹੈ ਤੇ ਤੁਹਾਡੇ ਚਿਹਰੇ ਦਾ ਰੰਗ ਵੇਖ ਕੇ ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਕੋਈ ਚੰਗਾ ਮੁੰਡਾ ਮਿਲੇਗਾ, ਪਰ ਜੋ ਵੀ ਮਿਲੇਗਾ ਮੈਂ ਉਸ ਨਾਲ ਤੁਹਾਡਾ ਵਿਆਹ ਕਰਵਾ ਦਿਆਂਗੀ। ਫਿਰ ਤੁਸੀਂ ਆਪਣੇ ਪਤੀ ਦੇ ਨਾਲ ਆਪਣੇ ਪਰਿਵਾਰ ਦਾ ਧਿਆਨ ਰੱਖਣਾ। ਸਾਡੇ ਜੀਵਨ ਵਿੱਚ ਕੀ ਹੋ ਰਿਹਾ ਹੈ, ਤੁਹਾਨੂੰ ਇਸ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਹੈ। ਮੈਂ ਮਾਂ ਦਾ ਇਹ ਰੂਪ ਪਹਿਲੀ ਵਾਰ ਦੇਖਿਆ ਸੀ। ਮੈਨੂੰ ਆਪਣੀਆਂ ਅੱਖਾਂ 'ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ। ਮੈਂ ਜਲਦੀ ਨਾਲ ਆਪਣੀ ਭੈਣ ਦੇ ਕਮਰੇ ਵਿੱਚ ਗਈ ਤੇ ਉਸ ਨੂੰ ਸਵਾਲ ਪੁੱਛਿਆ ਕਿ ਕਮਰੇ ਵਿੱਚ ਕੀ ਹੋਇਆ ਸੀ, ਪਰ ਉਸਨੇ ਮੈਨੂੰ ਕੁਝ ਨਹੀਂ ਦੱਸਿਆ। ਫਿਰ ਇਹ ਸਭ ਰੋਜ਼ ਹੋਣ ਲੱਗ ਪਿਆ। ਉਹ ਮੁੰਡਾ ਸਾਡੇ ਘਰ ਆਉਂਦਾ ਤੇ ਮੇਰੀ ਭੈਣ ਦੇ ਕਮਰੇ ਵਿੱਚ ਚਲਾ ਜਾਂਦਾ ਸੀ। ਮੇਰੀ ਮਾਂ ਵੀ ਉਸ ਨੂੰ ਮੇਰੀ ਭੈਣ ਦੇ ਕਮਰੇ ਵਿੱਚ ਜਲਦੀ ਜਾਣ ਲਈ ਕਹਿੰਦੀ ਕਿ ਨਹੀਂ ਤਾਂ ਉਹ ਮਰ ਜਾਵੇਗੀ। ਉਹ ਮੁੰਡਾ ਵੀ ਖੁਸ਼ੀ-ਖੁਸ਼ੀ ਉਸ ਦੇ ਕਮਰੇ ਵਿੱਚ ਚਲਾ ਜਾਂਦਾ, ਕਿਉਂਕਿ ਉਹ ਵੀ ਤਾਂ ਇਹੀ ਚਾਹੁੰਦਾ ਸੀ। ਉਹ ਬਹੁਤ ਅਮੀਰ ਪਰਿਵਾਰ ਤੋਂ ਸੀ, ਪਰ ਉਸਦੇ ਕੱਪੜੇ ਤੇ ਵਿਵਹਾਰ ਨੂੰ ਦੇਖ ਕੇ ਅਜਿਹਾ ਨਹੀਂ ਲੱਗਦਾ ਸੀ ਕਿ ਉਹ ਕਿਸੇ ਕੁੜੀ ਨਾਲ ਪਿਆਰ ਕਰ ਸਕਦਾ ਹੈ। ਪਰ ਇੱਥੇ ਉਸ ਨੂੰ ਮੇਰੀ ਭੈਣ ਮਿਲੀ ਜੋ ਪਰੀਆਂ ਵਰਗੀ ਸੀ। ਮੇਰੀ ਮਾਂ ਕੀ ਕਰ ਰਹੀ ਹੈ, ਮੇਰੇ ਲਈ ਬੋਲਣਾ ਤਾਂ ਦੂਰ, ਸੋਚਣਾ ਵੀ ਮੁਸ਼ਕਿਲ ਹੋ ਰਿਹਾ ਸੀ। ਮੇਰੀ ਭੈਣ ਦੀ ਜ਼ਿੰਦਗੀ ਬਰਬਾਦ ਹੋ ਗਈ ਤੇ ਮੈਂ ਇਹ ਸਭ ਨਹੀਂ ਦੇਖ ਸਕਦੀ ਸੀ। ਇੱਕ ਦਿਨ ਜਦੋਂ ਮੇਰੀ ਮਾਂ ਉਸਦੇ ਘਰ ਜਾ ਰਹੀ ਸੀ ਤਾਂ ਮੈਂ ਕਿਹਾ, ਮੈਂ ਵੀ ਤੁਹਾਡੇ ਨਾਲ ਜਾਣਾ ਚਾਹੁੰਦੀ ਹਾਂ। ਤਾਂ ਉਸਨੇ ਮੈਨੂੰ ਮਨਾ ਕਰ ਦਿੱਤਾ, ਪਰ ਮੈਂ ਜ਼ਬਰਦਸਤੀ ਉਸਦੇ ਨਾਲ ਘਰ ਚਲੀ ਗਈ। ਉੱਥੇ ਜਾ ਕੇ ਮੈਂ ਵੇਖਿਆ ਕਿ ਘਰ ਵਿੱਚ ਸਾਰੇ ਲੋਕ ਆਮ ਗੱਲਬਾਤ ਕਰ ਰਹੇ ਸੀ। ਉਹਨਾਂ ਨੇ ਮੈਨੂੰ ਬੈਠਣ ਲਈ ਕਿਹਾ। ਮੈਂ ਉਹਨਾਂ ਦੇ ਘਰ ਨੂੰ ਬਹੁਤ ਗੌਰ ਨਾਲ ਵੇਖਿਆ। ਫਿਰ ਮੈਨੂੰ ਖਬਰ ਮਿਲੀ ਕਿ ਇਸ ਘਰ ਦੇ ਮੁੰਡੇ ਦਾ ਵਿਆਹ ਤੈਅ ਹੋ ਗਿਆ ਹੈ। ਇਹ ਉਹੀ ਮੁੰਡਾ ਹੈ ਜੋ ਸਾਡੇ ਘਰ ਆਉਂਦਾ ਸੀ ਤੇ ਮੇਰੀ ਭੈਣ ਦੇ ਨਾਲ ਕਮਰੇ ਵਿੱਚ ਸੌਂਦਾ ਸੀ। ਮੈਂ ਉੱਥੋਂ ਆਪਣੇ ਘਰ ਆ ਗਈ ਤੇ ਸੋਚਣ ਲੱਗੀ ਕਿ ਇਹ ਕੀ ਹੋ ਰਿਹਾ ਹੈ। ਇੱਕ ਪਾਸੇ ਤਾਂ ਮੇਰੀ ਮਾਂ ਇਹ ਸਭ ਕੰਮ ਕਰ ਰਹੀ ਹੈ, ਦੂਜੇ ਪਾਸੇ ਮੇਰੀ ਭੈਣ ਮੈਨੂੰ ਕੁਝ ਦੱਸਦੀ ਨਹੀਂ ਤੇ ਜੋ ਮੁੰਡਾ ਘਰ ਆਉਂਦਾ ਹੈ ਉਸ ਦਾ ਵਿਆਹ ਹੋਣ ਵਾਲਾ ਹੈ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਕੀ ਕਰਾਂ। ਇੱਕ ਦਿਨ ਉਸ ਮੁੰਡੇ ਨੂੰ ਮੈਂ ਰਾਹ ਵਿੱਚ ਰੋਕ ਲਿਆ ਤੇ ਉਸ ਨੂੰ ਪੁੱਛਿਆ, ਤੂੰ ਸਾਡੇ ਘਰ ਕੀ ਕਰਨ ਆਉਂਦਾ ਹੈ ਤੇ ਮੇਰੀ ਭੈਣ ਦੇ ਕਮਰੇ ਵਿੱਚ ਕਿਉਂ ਜਾਂਦਾ ਹੈ? ਅੱਜ ਤੋਂ ਬਾਅਦ ਸਾਡੇ ਘਰ ਕਦੇ ਨਾ ਆਵੀਂ। ਮੁੰਡੇ ਨੇ ਪਹਿਲਾਂ ਜਵਾਬ ਦਿੱਤਾ ਕਿ ਮੈਂ ਤੇਰੀ ਛੋਟੀ ਭੈਣ ਦੀ ਜਾਨ ਬਚਾਉਣ ਲਈ ਉਸਦੇ ਕਮਰੇ ਵਿੱਚ ਆਉਂਦਾ ਹਾਂ, ਕਿਉਂਕਿ ਤੁਹਾਡੀ ਮਾਂ ਨੇ ਕਿਹਾ ਸੀ ਕਿ ਜੇ ਮੈਂ ਉਸ ਨਾਲ ਨਹੀਂ ਰਹਾਂਗਾ ਤਾਂ ਉਹ ਮਰ ਜਾਵੇਗੀ। ਮੈਂ ਉਸ ਨੂੰ ਕਿਹਾ, ਕੀ ਤੁਸੀਂ ਆਪਣੇ ਆਪ ਨੂੰ ਡਾਕਟਰ ਸਮਝਦੇ ਹੋ ਜਿਹੜਾ ਤੁਸੀਂ ਮੇਰੀ ਭੈਣ ਦੀ ਜਾਨ ਬਚਾਓਗੇ? ਤਾਂ ਉਸਨੇ ਮੈਨੂੰ ਕਿਹਾ, ਜਾਵੋ ਆਪਣੀ ਮਾਂ ਨੂੰ ਇਸ ਬਾਰੇ ਪੁੱਛੋ। ਮੇਰੇ ਤੋਂ ਕੀ ਪੁੱਛਦੀ ਹੈ? ਉਹ ਮੈਨੂੰ ਬੁਲਾਉਂਦੀ ਸੀ। ਮੈਂ ਵੀ ਕਈ ਵਾਰ ਨੋਟ ਕੀਤਾ ਸੀ ਕਿ ਜਦੋਂ ਉਹ ਮੁੰਡਾ
ਸਾਡੇ ਘਰ ਆਉਂਦਾ ਸੀ ਤਾਂ ਮੇਰੀ ਭੈਣ ਡਰ ਜਾਂਦੀ ਸੀ ਤੇ ਮਾਂ ਨੂੰ ਇਸ਼ਾਰੇ ਨਾਲ ਮਨਾ ਕਰਦੀ ਕਿ ਉਸ ਨੂੰ ਮੇਰੇ ਕਮਰੇ ਵਿੱਚ ਨਾ ਭੇਜੋ, ਪਰ ਮਾਂ ਕੁਝ ਨਹੀਂ ਸੁਣਦੀ ਤੇ ਉਸ ਨੂੰ ਧੱਕੇ ਨਾਲ ਕਮਰੇ ਵਿੱਚ ਭੇਜ ਦਿੰਦੀ ਸੀ। ਇਹ ਗੱਲ ਮੈਂ ਕਿਸੇ ਨੂੰ ਨਹੀਂ ਦੱਸੀ ਕਿਉਂਕਿ ਇਹ ਗੱਲ ਸਾਡੇ ਪਰਿਵਾਰ ਨੂੰ ਬਦਨਾਮ ਕਰਨ ਵਾਲੀ ਸੀ ਤੇ ਫਿਰ ਜੇ ਇਹ ਗੱਲ ਸਮਾਜ ਨੂੰ ਪਤਾ ਲੱਗਦੀ ਤਾਂ ਨਾ ਮੇਰਾ ਤੇ ਨਾ ਹੀ ਮੇਰੀ ਭੈਣ ਦਾ ਵਿਆਹ ਹੋਣਾ ਸੀ। ਮੇਰੀ ਮਾਂ ਨੇ ਮੇਰੇ ਲਈ ਮੁੰਡਾ ਵੇਖਣਾ ਸ਼ੁਰੂ ਕੀਤਾ, ਪਰ ਮੈਂ ਗੁੱਸੇ ਨਾਲ ਆਪਣੀ ਮਾਂ ਨੂੰ ਕਿਹਾ, ਜਦੋਂ ਮੁੰਡਾ ਵੇਖਣ ਆਵੇ ਤਾਂ ਤੁਸੀਂ ਇਹ ਵੀ ਦੱਸੋ ਕਿ ਸਾਡੇ ਘਰ ਕੀ ਚੱਲ ਰਿਹਾ ਹੈ। ਪਰ ਮੇਰੀ ਮਾਂ ਨੇ ਮੈਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਫਿਰ ਇੱਕ ਦਿਨ ਕੁਝ ਅਜਿਹਾ ਹੋਇਆ ਕਿ ਰਾਤ ਨੂੰ ਉਹ ਮੁੰਡਾ ਮੈਨੂੰ ਸਾਡੇ ਘਰ ਦਿਖਾਈ ਦਿੰਦਾ ਹੈ ਤੇ ਮੇਰੀ ਮਾਂ ਉਸ ਦਾ ਹੱਥ ਫੜ ਕੇ ਆਪਣੇ ਕਮਰੇ ਵਿੱਚ ਲੈ ਜਾਂਦੀ ਹੈ। ਮੈਂ ਉਹਨਾਂ ਦੇ ਪਿੱਛੇ ਪਿੱਛੇ ਕਮਰੇ ਵਿੱਚ ਜਾਣ ਦੀ ਕੋਸ਼ਿਸ਼ ਕੀਤੀ, ਪਰ ਦਰਵਾਜ਼ਾ ਅੰਦਰੋਂ ਬੰਦ ਸੀ। ਫਿਰ ਮੈਂ ਖਿੜਕੀ ਥਾਣੀ ਵੇਖਿਆ ਤਾਂ ਮੇਰੀ ਮਾਂ ਮੁੰਡੇ ਦੇ ਪੈਰ ਫੜ ਕੇ ਰੋ ਰਹੀ ਸੀ ਤੇ ਉਸ ਨੂੰ ਕਹਿ ਰਹੀ ਸੀ ਕਿ ਤੁਹਾਨੂੰ ਇਹ ਸਭ ਕਰਨਾ ਪਵੇਗਾ, ਨਹੀਂ ਤਾਂ ਮੇਰੀ ਧੀ ਦੀ ਜ਼ਿੰਦਗੀ ਬਰਬਾਦ ਹੋ ਜਾਵੇਗੀ। ਫਿਰ ਉਹ ਮੁੰਡਾ ਬੋਲਿਆ, ਤੁਸੀਂ ਮੈਨੂੰ ਝੂਠ ਬੋਲਿਆ ਤੇ ਤੁਸੀਂ ਮੇਰੇ ਨਾਲ ਧੋਖਾ ਕੀਤਾ ਹੈ। ਤੁਸੀਂ ਮੈਨੂੰ ਕਿਹਾ ਸੀ ਕਿ ਤੁਹਾਡੀ ਧੀ ਬਹੁਤ ਬਿਮਾਰ ਹੈ, ਪਰ ਅਜਿਹਾ ਕੁਝ ਵੀ ਨਹੀਂ ਸੀ। ਹੁਣ ਮੈਂ ਇਸ ਬਾਰੇ ਕੁਝ ਨਹੀਂ ਕਰ ਸਕਦਾ। ਮੇਰਾ ਪਰਿਵਾਰ ਮੇਰਾ ਵਿਆਹ ਕਰਨਾ ਚਾਹੁੰਦਾ ਹੈ ਤੇ ਜੇ ਮੈਂ ਕੁਝ ਕਿਹਾ ਤਾਂ ਉਹ ਮੈਨੂੰ ਮਾਰ ਦੇਣਗੇ। ਇਹ ਸੁਣ ਕੇ ਮੈਂ ਖਿੜਕੀ ਵਿੱਚੋਂ ਲੰਘ ਕੇ ਅੰਦਰ ਆ ਗਈ। ਉਹ ਦੋਵੇਂ ਮੈਨੂੰ ਵੇਖ ਕੇ ਡਰ ਗਏ। ਮੈਂ ਪਹਿਲਾਂ ਪੁੱਛਿਆ, ਤੂੰ ਇਸ ਸਮੇਂ ਸਾਡੇ ਘਰ ਵਿੱਚ ਕੀ ਕਰ ਰਿਹਾ ਹੈ? ਪਰ ਉਹਨਾਂ ਨੇ ਕੁਝ ਨਹੀਂ ਕਿਹਾ। ਮੈਂ ਸਾਹਮਣੇ ਵੇਖਿਆ ਤੇ ਕਿਹਾ, ਮਾਂ ਪਰਮਾਤਮਾ ਦੀ ਸਹੁੰ ਤੁਹਾਨੂੰ ਸੱਚ ਦੱਸੋ, ਨਹੀਂ ਤਾਂ ਮੈਂ ਅੱਜ ਮਰ ਜਾਵਾਂਗੀ। ਮਾਂ ਨੇ ਕਿਹਾ, ਮੈਂ ਸਭ ਕੁਝ ਦੱਸਦੀ ਹਾਂ, ਪਹਿਲਾਂ ਇਸ ਮੁੰਡੇ ਨੂੰ ਜਾਣ ਦਿਓ। ਤੇ ਉਸਦੇ ਜਾਣ ਤੋਂ ਬਾਅਦ ਮਾਂ ਨੇ ਕਿਹਾ, ਸਾਡੇ ਕੋਲ ਖਾਣ ਲਈ ਘਰ ਵਿੱਚ ਰੋਟੀ ਵੀ ਨਹੀਂ ਸੀ। ਤੁਹਾਡੀ ਛੋਟੀ ਭੈਣ ਇੱਕ ਪਰੀ ਦੀ ਤਰ੍ਹਾਂ ਦਿਖਾਈ ਦਿੰਦੀ ਹੈ ਤੇ ਇਹ ਮੁੰਡਾ ਆਪਣੇ ਪਰਿਵਾਰ ਦਾ ਇਕਲੌਤਾ ਮੁੰਡਾ ਸੀ। ਇਸ ਦੇ ਕੋਲ ਸਭ ਕੁਝ ਹੈ। ਮੈਂ ਤੇਰੀ ਭੈਣ ਦਾ ਵਿਆਹ ਇਸ ਨਾਲ ਕਰਨਾ ਚਾਹੁੰਦੀ ਸੀ, ਪਰ ਇਹ ਮੁੰਡਾ ਤੇਰੀ ਭੈਣ ਵੱਲ ਨਹੀਂ ਵੇਖਦਾ ਸੀ। ਇਸ ਲਈ ਮੈਂ ਉਸ ਨੂੰ ਧੋਖਾ ਦਿੱਤਾ ਤੇ ਕਿਹਾ, ਮੇਰੀ ਛੋਟੀ ਧੀ ਨੂੰ ਇੱਕ ਬਿਮਾਰੀ ਹੈ, ਜੇਕਰ ਤੁਸੀਂ ਉਸ ਦੇ ਨਾਲ ਰਹੋਗੇ ਤਾਂ ਉਹ ਠੀਕ ਹੋ ਜਾਵੇਗੀ। ਤੂੰ ਘਰ ਆ ਕੇ ਉਸ ਨਾਲ ਸਮਾਂ ਬਤੀਤ ਕਰ। ਉਹ ਵਿਚਾਰਾ ਥੋੜਾ ਭੋਲਾ ਸੀ ਤਾਂ ਉਸਨੇ ਮੇਰੇ ਤੇ ਵਿਸ਼ਵਾਸ ਕੀਤਾ, ਪਰ ਹੁਣ ਗੱਲ ਅੱਗੇ ਵੱਧ ਗਈ ਹੈ ਤੇ ਤੇਰੀ ਛੋਟੀ ਭੈਣ ਮਾਂ ਬਣਨ ਵਾਲੀ ਹੈ। ਪਰੰਤੂ ਹੁਣ ਉਹ ਕਹਿ ਰਿਹਾ ਹੈ ਕਿ ਮੈਂ ਤੁਹਾਡੀ ਕੁੜੀ ਨਾਲ ਵਿਆਹ ਨਹੀਂ ਕਰ ਸਕਦਾ ਕਿਉਂਕਿ ਮੇਰਾ ਵਿਆਹ ਮੇਰੇ ਪਰਿਵਾਰ ਨੇ ਤੈਅ ਕਰ ਦਿੱਤਾ ਹੈ। ਇਹ ਗੱਲ ਸੁਣ ਕੇ ਮੈਂ ਬਹੁਤ ਉਦਾਸ ਹੋਈ। ਮੈਂ ਮਾਂ ਨੂੰ ਕਿਹਾ, ਤੁਸੀਂ ਮੇਰੀ ਭੈਣ ਦੀ ਜ਼ਿੰਦਗੀ ਖਰਾਬ ਕਰ ਦਿੱਤੀ ਹੈ। ਤੁਸੀਂ ਉਸ ਨੂੰ ਗਹਿਰੀ ਖਾਈ ਵਿੱਚ ਸੁੱਟ ਦਿੱਤਾ ਹੈ। ਮੈਂ ਮਾਂ ਨੂੰ ਪੁੱਛਿਆ, ਹੁਣ ਕੀ ਕਰੋਗੇ? ਤਾਂ ਮੇਰੀ ਮਾਂ ਨੇ ਕਿਹਾ, ਕਰਨਾ ਕੀ? ਉਸ ਦੇ ਘਰ ਜਾ ਕੇ ਕਹਾਂਗੇ ਕਿ ਉਸਨੇ ਮੇਰੀ ਧੀ ਨੂੰ ਪਿਆਰ ਦੇ ਜਾਲ ਵਿੱਚ ਫਸਾਇਆ ਹੈ ਤੇ ਉਸ ਨੂੰ ਗਰਭਵਤੀ ਕਰਕੇ ਕਿਸੇ ਹੋਰ ਨਾਲ ਵਿਆਹ ਕਰਵਾ ਰਿਹਾ ਹੈ। ਮੈਂ ਇੱਕ ਵਾਰ ਫਿਰ ਬੜੇ ਗੁੱਸੇ ਨਾਲ ਆਪਣੀ ਮਾਂ ਵੱਲ ਵੇਖਿਆ ਤੇ ਕਿਹਾ, ਤੁਸੀਂ ਹਜੇ ਵੀ ਉਹਨਾਂ ਲੋਕਾਂ ਨੂੰ ਧੋਖਾ ਦੇਵੋਗੇ? ਤੁਸੀਂ ਇੱਕ ਵਾਰ ਫਿਰ ਝੂਠ ਬੋਲਣ ਜਾ ਰਹੇ ਹੋ। ਹੁਣ ਤੁਸੀਂ ਕੁਝ ਨਹੀਂ ਕਰੋਗੇ। ਹੁਣ ਮੈਂ ਉਹ ਕਰਾਂਗੀ ਜੋ ਮੈਨੂੰ ਕਰਨਾ ਚਾਹੀਦਾ ਹੈ। ਮੈਂ ਸਾਰਾ ਸੱਚ ਦੱਸਾਂਗੀ ਕਿ ਤੁਸੀਂ ਉਹਨਾਂ ਦੇ ਮੁੰਡੇ ਨੂੰ ਧੋਖਾ ਦੇ ਸਭ ਕੀਤਾ ਹੈ। ਫਿਰ ਉਹ ਤੈਅ ਕਰਨਗੇ ਅੱਗੇ ਕੀ ਕਰਨਾ ਹੈ ਤੇ ਉਹ ਜਿਹੜਾ ਵੀ ਫੈਸਲਾ ਕਰਨਗੇ ਸਾਨੂੰ ਮੰਨਣਾ ਪਵੇਗਾ। ਤੁਸੀਂ ਮੇਰੀ ਭੈਣ ਦੀ ਜ਼ਿੰਦਗੀ ਬਰਬਾਦ ਕਰਨ ਲਈ ਬਹੁਤ ਮਿਹਨਤ ਕੀਤੀ ਹੈ। ਤੁਸੀਂ ਮੇਰੀ ਭੈਣ ਨੂੰ ਡਰਾਇਆ ਵੀ ਹੋਵੇਗਾ ਕੁਝ ਵੀ ਨਾ ਕਹਿਣ ਲਈ। ਫਿਰ ਮੈਂ ਆਪਣੀ ਭੈਣ ਨੂੰ ਵੀ ਬੁਲਾ ਲਿਆ ਤੇ ਉਸਨੇ ਮੈਨੂੰ ਦੱਸਿਆ, ਮਾਂ ਕਹਿੰਦੀ ਸੀ ਕਿ ਜੇ ਕਿਸੇ ਨੂੰ ਕੁਝ ਦੱਸਿਆ ਤਾਂ ਤੈਨੂੰ ਮਾਰ ਦੇਵਾਂਗੀ। ਮੈਂ ਇਹ ਸਭ ਤੁਹਾਡੇ ਭਵਿੱਖ ਲਈ ਕਰ ਰਹੀ ਹਾਂ। ਆਖਿਰਕਾਰ ਮੈਂ ਆਪਣੇ ਮਾਂ ਨੂੰ ਕਿਹਾ, ਤੁਸੀਂ ਮਾਂ ਕਹਾਉਣ ਦੇ ਕਾਬਿਲ ਨਹੀਂ ਹੋ। ਅਗਲੀ ਸਵੇਰੇ ਮੈਂ ਸਾਹਮਣੇ ਘਰ ਵਿੱਚ ਗਈ ਤੇ ਸਭ ਕੁਝ ਸੱਚ ਦੱਸ ਦਿੱਤਾ। ਪਹਿਲਾਂ ਤਾਂ ਉਹਨਾਂ ਨੇ ਮੈਨੂੰ ਤੇ ਮੇਰੇ ਘਰ ਨੂੰ ਖੂਬ ਖਰੀ ਖੋਟੀ ਸੁਣਾਈ। ਫਿਰ ਉਸ ਮੁੰਡੇ ਦੇ ਪਿਤਾ ਨੇ ਕਿਹਾ ਕਿ ਕੁਝ ਵੀ ਹੋ ਜਾਵੇ ਪਰ ਅਸੀਂ ਕਿਸੇ ਕੁੜੀ ਦੀ ਜ਼ਿੰਦਗੀ ਬਰਬਾਦ ਨਹੀਂ ਕਰ ਸਕਦੇ। ਤੇ ਜਦੋਂ ਮੇਰੇ ਬੇਟੇ ਨੇ ਇਹ ਹਰਕਤਾਂ ਕੀਤੀਆਂ ਤਾਂ ਹੋਸ਼ ਵਿੱਚ ਸੀ।
ਹੁਣ ਸਾਨੂੰ ਉਸ ਨੂੰ ਸਵੀਕਾਰ ਕਰਨਾ ਪਵੇਗਾ। ਪਰ ਉਹਨਾਂ ਨੇ ਮੇਰੇ ਸਾਹਮਣੇ ਇੱਕ ਸ਼ਰਤ ਰੱਖੀ। ਉਹਨਾਂ ਨੇ ਕਿਹਾ, ਤੇਰੀ ਭੈਣ ਦੇ ਵਿਆਹ ਤੋਂ ਬਾਅਦ ਤੈਨੂੰ ਤੇ ਤੇਰੀ ਮਾਂ ਨੂੰ ਸਾਡੇ ਘਰ ਤੋਂ ਸਾਰੇ ਰਿਸ਼ਤੇ ਖਤਮ ਕਰਨੇ ਪੈਣਗੇ। ਤੇਰੀ ਭੈਣ ਦਾ ਤੁਹਾਡੇ ਨਾਲ ਕੋਈ ਲੈਣਾ ਦੇਣਾ ਨਹੀਂ ਹੋਵੇਗਾ। ਮੈਂ ਉਹਨਾਂ ਦੀ ਗੱਲ ਮੰਨ ਲਈ ਤੇ ਆਪਣੀ ਭੈਣ ਦਾ ਵਿਆਹ ਉਸ ਮੁੰਡੇ ਨਾਲ ਕਰਵਾ ਦਿੱਤਾ। ਮੇਰੀ ਭੈਣ ਖੁਸ਼ੀ ਨਾਲ ਮੁਸਕਰਾਈ ਤੇ ਉੱਥੇ ਹੀ ਰੁਕ ਗਈ। ਮੇਰੀ ਮਾਂ ਨੂੰ ਕੀਤੇ ਤੇ ਪਛਤਾਵਾ ਸੀ, ਪਰ ਹੁਣ ਕੁਝ ਨਹੀਂ ਕੀਤਾ ਜਾ ਸਕਦਾ ਸੀ। ਮੈਨੂੰ ਹਜੇ ਵੀ ਆਪਣੀ ਭੈਣ ਤੇ ਬਹੁਤ ਤਰਸ ਆਉਂਦਾ ਸੀ, ਪਰ ਮੇਰੇ ਲਈ ਸਭ ਤੋਂ ਵੱਡਾ ਦੁੱਖ ਇਹ ਹੈ ਕਿ ਮੇਰੀ ਮਾਂ ਨੇ ਹੀ ਮੇਰੀ ਭੈਣ ਦੀ ਜ਼ਿੰਦਗੀ ਬਰਬਾਦ ਕੀਤੀ ਹੈ ਤੇ ਮੈਂ ਉਹਨਾਂ ਦੇ ਖਿਲਾਫ ਕੋਈ ਵੱਡਾ ਕਦਮ ਵੀ ਨਹੀਂ ਚੁੱਕ ਸਕਦੀ ਸੀ। ਦੋਸਤੋ, ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਰਨਾ। ਹੋਰ ਕਹਾਣੀਆਂ ਸੁਣਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ। ਧੰਨਵਾਦ ਜੀ ਸਾਰਿਆਂ ਦਾ।